ਕਰੈਕਟ FM ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। BC 'ਚ ਵੈਕਸੀਨ ਹਾਸਲ ਕਰਨ ਦੇ ਐਲੀਜੀਬਲ ਕਰੀਬ 20% ਲੋਕਾਂ ਨੂੰ ਹਾਸਲ ਹੋ ਚੁੱਕੀ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ। ਵੈਨਕੂਵਰ ਕਨੈਕਟਸ ਦੇ 21 ਖਿਡਾਰੀਆਂ ਤੇ 4 ਸਟਾਫ ਮੈਂਬਰਾਂ ਨੂੰ ਪਾਇਆ ਗਿਆ ਕੋਵਿਡ ਪੀੜਤ। ਸਿਕਾਮਸ ਕੋਲ 2 ਗੱਡੀਆਂ ਦੀ ਆਮੋ-ਸਾਹਮਣੇ ਦੀ ਟੱਕਰ 'ਚ 2 ਲੋਕਾਂ ਦੀ ਮੌਤ। ਓਨਟਾਰੀਓ 'ਚ ਕੱਲ ਤੜਕੇ 12:01 ਤੋਂ ਸਟੇ ਐਟ ਹੋਮ ਦੇ ਨਿਰਦੇਸ਼। ਸਾਰੇ ਗੈਰ ਜ਼ਰੂਰੀ ਰਿਟੇਲ ਰਹਿਣਗੇ ਬੰਦ। ਹਰਸਿਮਰਤ ਕੌਰ ਬਾਦਲ ਦਾ ਕੈਪਟਨ ਤੇ ਸ਼ਬਦੀ ਹਮਲਾ। ਕਿਹਾ ਕੈਪਟਨ ਨੇ ਕਿਸਾਨਾਂ ਨੂੰ ਸੜਕਾਂ ਤੇ ਬੈਠਣ ਤੇ ਕੀਤਾ ਮਜਬੂਰ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। BC 'ਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਕਸੀਨ ਹਾਸਲ ਕਰਨ ਲਈ ਐਲੀਜੀਬਲ ਲੋਕਾਂ ਵਿੱਚ ਕਰੀਬ 20% ਨੂੰ ਵੈਕਸੀਨ ਹਾਸਲ ਹੋ ਚੁੱਕੀ ਹੈ। BC 'ਚ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ 9,46,096 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ। ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਨੇ ਦੱਸਿਆ ਕਿ ਪ੍ਰਦਾਨ ਕੀਤੀਆਂ ਗਈਆਂ ਖੁਰਾਕਾਂ 'ਚ 87,504 ਲੋਕ ਅਜਿਹੇ ਹੈ ਜਿਨ੍ਹਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਬੁੱਧਵਾਰ ਤੱਕ ਦੇ ਅੰਕੜਿਆਂ ਅਨੁਸਾਰ BC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ 'ਚ ਕੁੱਲ 13,83,830 ਵੈਕਸੀਨ ਖੁਰਾਕਾਂ ਡਿਲੀਵਰ ਹੋ ਚੁੱਕੀਆਂ। ਅੱਜ BC 'ਚ ਕੋਵਿਡ-19 ਦੇ 997 ਮਾਮਲੇ ਰਿਪੋਰਟ ਹੋਏ। ਦੁੱਖ ਦੀ ਗੱਲ ਸੀ ਕਿ 2 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,06,985 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1499 ਹੋ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 8728 ਤੱਕ ਪਹੁੰਚ ਗਏ ਹੈ। ਕੁੱਲ 303 ਲੋਕ ਹਸਪਤਾਲ 'ਚ ਦਾਖਲ ਹੈ ਤੇ ਇਸ 'ਚ 105 ਨੂੰ ICU 'ਚ ਰੱਖਿਆ ਗਿਆ ਹੈ। BC 'ਚ ਕੋਵਿਡ-19 ਦੇ ਨਵੇਂ ਵਾਇਰਸ ਵੇਰੀਐਂਟਸ ਦੇ ਮਾਮਲਿਆਂ ਨੂੰ ਅੱਜ ਰਿਪੋਰਟ ਨਹੀਂ ਕੀਤਾ ਗਿਆ। ਕੱਲ ਤੱਕ ਦੇ ਅੰਕੜਿਆਂ ਅਨੁਸਾਰ ਸੂਬੇ 'ਚ ਵਾਇਰਸ ਵੇਰੀਐਂਟਸ ਦੇ ਕੁੱਲ 3766 ਮਾਮਲੇ ਰਿਪੋਰਟ ਹੋ ਚੁੱਕੇ ਹੈ। ਵੈਨਕੂਵਰ ਕਨੈਕਟਸ ਦੀ ਟੀਮ ਨਾਲ ਜੁੜੇ 25 ਲੋਕਾਂ ਨੂੰ ਕੋਵਿਡ-19 ਤੋਂ ਪੀੜਤ ਪਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ 'ਚ 21 ਖਿਡਾਰੀ ਵਾਇਰਸ ਪੀੜਤ ਪਾਏ ਗਏ ਹੈ। ਇਸ 'ਚ 3 ਖਿਡਾਰੀ ਟੈਕਸੀ ਸਕੁਆਡ 'ਚ ਸ਼ਾਮਲ ਹਨ। ਇਸ ਤੋਂ ਇਲਾਵਾ 4 ਸਟਾਫ ਮੈਂਬਰ ਵੀ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹੈ। ਕਨੈਕਟਸ ਦਾ ਕਹਿਣਾ ਹੈ ਕਿ ਇਨਫੈਕਸ਼ਨ ਵਾਇਰਸ ਦੇ ਵੇਰੀਐਂਟ ਨਾਲ ਸੰਬੰਧਿਤ ਹੈ। ਹਾਲਾਂਕਿ ਟੀਮ ਕਿਹੜੇ ਵੇਰੀਐਂਟ ਤੋਂ ਪ੍ਰਭਾਵਿਤ ਹੋਈ ਹੈ ਇਸ ਬਾਰੇ ਸਪਸ਼ਟ ਨਹੀਂ ਕੀਤਾ ਗਿਆ। ਕਨੈਕਟਸ ਟੀਮ ਫਿਜ਼ੀਸ਼ੀਅਨ ਡਾਕਟਰ ਜਿਮ ਬੋਵਰਡ ਦਾ ਕਹਿਣਾ ਹੈ ਕਿ ਖਿਡਾਰੀਆਂ, ਸਟਾਫ, ਪਰਿਵਾਰਾਂ ਤੇ ਕਮਿਊਨਿਟੀ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਤਰਜੀਹ ਦੇ ਮਾਮਲੇ ਹੈ। BC RCMP ਨੇ ਸਿਕਾਮਸ ਦੇ ਇਲਾਕੇ ਵਿੱਚ ਇੱਕ ਗੰਭੀਰ ਆਮੋ-ਸਾਹਮਣੇ ਦੀ ਟੱਕਰ ਦੀ ਜਾਣਕਾਰੀ ਦਿੱਤੀ ਹੈ। ਘਟਨਾ 'ਚ 2 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਸਿਕਾਮਸ ਤੋਂ ਕਰੀਬ 7 ਕਿਲੋਮੀਟਰ ਦੀ ਦੂਰੀ ਤੇ ਹਾਈਵੇ 1 ਤੇ ਵਾਪਰੀ। ਮੰਗਲਵਾਰ ਦੁਪਹਿਰ ਕਰੀਬ 1 ਵਜੇ ਘਟਨਾ ਵਾਪਰਨ ਦੀ ਜਾਣਕਾਰੀ ਦਿੱਤੀ ਗਈ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਇੱਕ 73 ਸਾਲਾ ਵਿਅਕਤੀ ਇੱਕ ਪਿਕਅਪ ਟਰੱਕ ਵਿੱਚ ਜਾਂਦੇ ਹੋਏ ਮੱਧ ਰੇਖਾ ਨੂੰ ਪਾਰ ਕਰ ਗਿਆ ਸੀ ਅਤੇ ਫਿਰ ਸਾਹਮਣੇ ਤੋਂ ਆਉਂਦੀ ਗੱਡੀ 'ਚ ਟੱਕਰ ਹੋ ਗਈ। ਇਸ ਗੱਡੀ ਨੂੰ ਇੱਕ 46 ਸਾਲਾ ਔਰਤ ਚਲਾ ਰਹੀ ਸੀ। ਪੁਲਿਸ ਅਨੁਸਾਰ ਮੌਕੇ ਤੇ ਪਹੁੰਚਣ ਤੇ ਦੋਵਾਂ ਨੂੰ ਮ੍ਰਿਤ ਪਾਇਆ ਗਿਆ। ਪੀੜਤ ਔਰਤ ਨੂੰ ਸੈਮਨ ਆਮ ਇਲਾਕੇ ਦੀ ਦੱਸਿਆ ਗਿਆ ਹੈ। ਪੀੜਤ ਆਦਮੀ ਸਿਕਾਮਸ ਦਾ ਨਿਵਾਸੀ ਦੱਸਿਆ ਗਿਆ। ਵਾਹਨਾਂ ਵਿੱਚ ਕੋਈ ਹੋਰ ਸਵਾਰ ਨਹੀਂ ਸੀ। ਸੜਕ ਤੇ ਮੌਸਮ ਨੂੰ ਘਟਨਾ ਦਾ ਕਾਰਨ ਨਹੀਂ ਦੱਸਿਆ ਗਿਆ। ਜਾਂਚ ਦੌਰਾਨ ਹਾਈਵੇ 1 ਨੂੰ ਕਈ ਘੰਟੇ ਤੱਕ ਬੰਦ ਰੱਖਿਆ ਗਿਆ ਸੀ। ਵੈਨਕੂਵਰ 'ਚ 3 ਸਿਟੀ ਕੌਂਸਲਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਨੇ ਮੇਅਰ ਦੇ ਕੈਂਡੀਡੇਟ ਦਾ ਐਲਾਨ ਕਰਦੇ ਹੋਏ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ। ਮਾਮਲਾ ਅਗਲੇ ਸਾਲ ਦੀ ਚੋਣ ਲਈ ਨਾਨ ਪਾਰਟੀਜ਼ਨ ਐਸੋਸੀਏਸ਼ਨ ਦੇ ਮੇਅਰ ਕੈਂਡੀਡੇਟ ਦੇ ਐਲਾਨ ਨਾਲ ਜੁੜਿਆ ਹੈ। ਇੱਕ ਆਨਲਾਈਨ ਬਿਆਨ ਜਾਰੀ ਕਰਦੇ ਹੋਏ NPA ਕਾਉਂਸਲਰ ਸਾਰਾ ਕਰਬੀ ਯੰਗ ਨੇ ਕਿਹਾ ਹੈ ਕਿ ਉਹ ਬੇहद ਨਿਰਾਸ਼ ਹਨ ਕਿ ਉਹਨਾਂ ਦੀ ਪਾਰਟੀ ਨੇ ਕੈਂਡੀਡੇਟਸ ਦੇ ਐਲਾਨ ਲਈ ਇੱਕ ਖੁੱਲ੍ਹੀ, ਪਾਰਦਰਸ਼ੀ ਤੇ ਲੋਕਤੰਤਰਕ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ। ਇਸ ਬਿਆਨ ਤੇ ਕਾਉਂਸਲਰ ਲੀਜ਼ਾ ਡੈਮਾਨਾਟੋ ਅਤੇ ਕੋਲਿਨ ਹਾਰਡਵਿਕ ਨੇ ਵੀ ਹਸਤਾਖਰ ਕੀਤੇ ਹੈ। ਇਸ ਬਿਆਨ ਵਿੱਚ ਦੱਸਿਆ ਗਿਆ ਕਿ ਤਿੰਨਾਂ ਕਾਉਂਸਲਰਾਂ ਨੂੰ ਪਾਕ ਬੋਰਡ ਕਮਿਸ਼ਨਰ ਜੌਨ ਕੂਪਰ ਦੇ ਮੇਅਰ ਦੇ ਕੈਂਡੀਡੇਟ ਵਜੋਂ ਐਲਾਨਣ ਤੋਂ ਠੀਕ ਪਹਿਲਾਂ ਕਿਸੇ ਅਜਿਹੇ ਫੈਸਲੇ ਦੀ ਜਾਣਕਾਰੀ ਮਿਲੀ ਸੀ। ਓਨਟਾਰੀਓ 'ਚ ਵੀਰਵਾਰ ਤੜਕੇ 12:01 ਤੋਂ 4 ਹਫ਼ਤੇ ਲਈ ਸਟੇ ਐਟ ਹੋਮ ਦੇ ਨਿਰਦੇਸ਼ ਜਾਰੀ ਹੋਣ ਦਾ ਐਲਾਨ ਕਰ ਦਿੱਤਾ ਗਿਆ। ਸੂਬੇ 'ਚ ਕੋਵਿਡ-19 ਦੇ ਵੱਧਦੇ ਮਾਮਲੇ ਤੇ ਵਾਇਰਸ ਵੇਰੀਐਂਟਸ ਦੇ ਤੇਜ਼ੀ ਨਾਲ ਫੈਲਾਅ ਤੇ ਕਾਬੂ ਪਾਉਣ ਦੇ ਲਈ ਅਜਿਹਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰੀਮੀਅਰ ਡਗ ਫੋਰਡ ਨੇ ਸੂਬੇ 'ਚ ਤੀਜੀ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਨਿਰਦੇਸ਼ ਵਾਇਰਸ ਦੀ ਤੀਜੀ ਵੇਵ ਵਿਚਾਲੇ ਬੇहद ਜ਼ਰੂਰੀ ਹੈ, ਜਿਸ ਨਾਲ ਹੈਲਥ ਕੇਅਰ ਸਿਸਟਮ ਤੇ ਦਬਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਸਾਰੇ ਗੈਰ ਜ਼ਰੂਰੀ ਰਿਟੇਲ
ਬੰਦ ਕੀਤੇ ਜਾਣਗੇ। ਬਿਗ ਬਾਕਸ ਰਿਟੇਲ ਤੇ ਵੀ ਸਿਰਫ ਜ਼ਰੂਰੀ ਚੀਜ਼ਾਂ ਦੀ ਰਿਟੇਲ ਦੀ ਇਜਾਜ਼ਤ ਹੋਵੇਗੀ। ਡਗ ਫੋਰਡ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਵੇਂ ਹੀ ਮੌਕਾ ਮਿਲੇ ਵੈਕਸੀਨ ਹਾਸਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ। Today, on the advice of the Chief Medical Officer of Health, I'm declaring a state of emergency with a province-wide stay-at-home order effective 12:01 a.m. Thursday. This will be in effect for 4 weeks. With a few exceptions, the stay-at-home order will be similar to what we went through earlier this year. To boil it down as simple as possible, folks, please, unless it's for an essential reason, please stay home. Because the situation is extremely serious and we just need to hunker down right now. We need to limit mobility. ਗੋਲਫਰ ਟਾਈਗਰ ਵੁੱਡਸ ਦੀ ਗੱਡੀ ਦੀ ਦੁਰਘਟਨਾ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਘਟਨਾ 'ਚ ਤੇਜ਼ ਰਫ਼ਤਾਰ ਇੱਕ ਅਹਿਮ ਕਾਰਨ ਸੀ। ਲਾਸ ਐਂਜਲਸ ਕਾਉਂਟੀ ਸ਼ੈਰਿਫ ਐਲੈਕਸ ਵੈਲਨੁਏਵਾ ਨੇ ਦੱਸਿਆ ਕਿ ਘਟਨਾ ਦਾ ਕਾਰਨ ਰਫ਼ਤਾਰ ਤੇ ਵੁੱਡਸ ਦੀ ਇੱਕ ਕਰਵ ਤੇ ਗੱਡੀ ਨੂੰ ਮੋੜਨ ਦੀ ਸਮਰੱਥਾ ਗਵਾਉਣਾ ਸੀ। ਘਟਨਾ 23 ਫਰਵਰੀ ਨੂੰ ਸਵੇਰੇ ਕਰੀਬ 7 ਵਜੇ ਵਾਪਰੀ ਸੀ। ਲਾਸ ਐਂਜਲਸ ਕਾਉਂਟੀ ਸ਼ੈਰਿਫ ਦੇ ਕੈਪਟਨ ਜੇਮਸ ਪਾਵਰਸ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਵੁੱਡਸ ਨੇ ਗਲਤੀ ਤੋਂ ਬ੍ਰੇਕ ਦੀ ਜਗ੍ਹਾ ਤੇ ਸਪੀਡ ਪੈਡਲ ਦਬਾ ਦਿੱਤਾ ਹੋਵੇ ਅਤੇ ਗੱਡੀ ਕਰਵ ਕੋਲ ਕਾਬੂ ਤੋਂ ਬਾਹਰ ਹੋ ਗਈ ਹੋਵੇ। ਇੱਕ ਦਰਖਤ ਨਾਲ ਟੱਕਰ ਮੌਕੇ ਗੱਡੀ ਦੀ ਰਫ਼ਤਾਰ 75 ਮੀਲ ਪ੍ਰਤੀ ਘੰਟਾ ਦੀ ਦੱਸੀ ਗਈ ਹੈ। There was no evidence of any impairment. There was no odor of alcohol. There were no open containers in the vehicle, and there were no narcotics or any evidence of medication in the vehicle or on his person. My investigators, as they interviewed him at the scene and at the hospital, the questions were asked, and there was nothing to indicate any type of intoxication. ਸ਼੍ਰੋਮਣੀ ਅਕਾਲੀ ਦਲ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਨੂੰ ਘੇਰੇ 'ਚ ਲਿਆ। ਫੇਸਬੁੱਕ ਰਾਹੀਂ ਬਿਆਨ ਜਾਰੀ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਕਿਸਾਨਾਂ ਨੂੰ ਸੜਕਾਂ ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਉਹਨਾਂ ਕਿਹਾ ਮੁੱਖ ਮੰਤਰੀ ਆਪਣੇ ਘਰ ਬੈਠੇ ਹਨ ਤੇ ਕਿਸਾਨ ਆਪਣੀ ਲੜਾਈ ਖੁਦ ਲੜ ਰਹੇ ਹੈ। ਉਹਨਾਂ ਕਿਹਾ FCI ਆਪਣੇ ਨਵੇਂ ਫਰਮਾਨ ਜਾਰੀ ਕਰ ਰਹੀ ਹੈ। ਇਸ ਸਭ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਪਤਾ ਸੀ। ਕਿਸਾਨਾਂ ਦੀ ਫਸਲ ਪੱਕੀ ਹੋਈ ਹੈ ਪਰ ਕਿਸਾਨ ਆਪਣੀ ਫਸਲ ਮੰਡੀਆਂ 'ਚ ਨਹੀਂ ਲਿਆ ਸਕਦੇ। ਫਸਲ ਕੱਟਣ ਦਾ ਸਮਾਂ ਪਰ ਕੈਪਟਨ ਸਰਕਾਰ ਡੀਜ਼ਲ ਦੇ ਰੇਟ ਵਧਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਤੋਂ ਨਾਰਾਜ਼ ਚੱਲ ਰਹੇ ਹੈ। ਉਹਨਾਂ ਨੇ ਅੱਜ 30 ਅਪ੍ਰੈਲ ਤੱਕ ਰਾਜਨੀਤਿਕ ਰੈਲੀਆਂ ਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹੈ। ਇਸ ਦੇ ਨਾਲ ਹੀ ਅਫਸਰਾਂ ਨੂੰ ਹੁਕਮ ਦਿੱਤਾ ਗਿਆ ਕਿ ਇਹਨਾਂ ਦੀ ਉਲੰਘਣਾ ਕਰਨ ਵਾਲਿਆਂ ਤੇ DMA ਤੇ ਮਹਾਮਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਿਆਸੀ ਇਕੱਠਾਂ ਤੇ ਪਾਬੰਦੀ ਲਾਉਣ ਦੇ ਹੁਕਮ ਦੇਣ ਵਾਸਤੇ ਮਜਬੂਰ ਹੋ ਗਏ ਹੈ ਕਿਉਂਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਜਿਹੇ ਸਮਾਗਮ ਕਰਨ ਤੋਂ ਗੁਰੇਜ਼ ਕਰਨ ਦੀਆਂ ਉਹਨਾਂ ਦੀਆਂ ਬੇਨਤੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ ਦਿਨਾਂ 'ਚ ਸੂਬੇ ਅੰਦਰ ਕੋਈ ਰੈਲੀ ਜਾਂ ਜਨਤਕ ਪ੍ਰੋਗਰਾਮ ਨਹੀਂ ਕੀਤਾ ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕੁਝ ਹੋਰ ਸਿਆਸੀ ਪਾਰਟੀਆਂ ਕੋਰੋਨਾ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੇ ਬਗੈਰ ਵੱਡੀਆਂ ਸਿਆਸੀ ਰੈਲੀਆਂ ਕਰ ਰਹੇ ਹਨ।